ਮਸਤੂਆਣਾ ਸਾਹਿਬ ਦੀ ਪਵਿੱਤਰ ਤੇ ਇਤਿਹਾਸਕ ਧਰਤੀ ਤੇ ਇਕੱਠੇ ਹੋਏ ਸਮੂਹ ਜੁਝਾਰੂਓ, ਆਓ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ 10 ਮਿੰਟਾਂ 'ਚ ਤੁਹਾਡੇ ਨਾਲ ਕੁਛ 2-3 ਮਸਲਿਆਂ ਬਾਰੇ ਗੱਲ ਕਰਨੀ ਹੈ ਚਲਦੀ ਜੀ। ਸੋ ਇਸ ਕਰਕੇ ਉਹ 10 ਮਿੰਟ ਜੇ ਪੂਰਾ ਧਿਆਨ ਦੇ ਕੇ ਸੁਣਨ ਦਾ ਯਤਨ ਕਰਿਓ ਜਰਾ, ਇਹ ਮੇਰੀ ਬੇਨਤੀ ਹੈ। ਅੱਜ ਇੱਥੇ ਮੈਂ ਦੇਖਿਆ ਵੀ ਕਾਫਲਿਆਂ ਦੇ ਕਾਫਲੇ ਜਦੋਂ ਨਾਅਰੇ ਮਾਰਦੇ ਆਉਂਦੇ ਹੈ ਕਿ ਲੱਖਾ ਸਿਧਾਣਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਇਹ ਨਾਅਰੇ ਤੁਸੀਂ ਬਹੁਤ ਸੁਣੇ ਹੋਣੇ ਹਰ ਇਕੱਠ 'ਚ। ਕੋਈ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰ ਰਿਹਾ ਹੈ, ਕੋਈ ਕਿਸੇ ਦੀ ਸੋਚ ਤੇ। ਸੋ ਇਸ ਕਰਕੇ ਆਪਾਂ ਨੂੰ ਨਾ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਹੀ ਇਹ ਗੱਲ ਜਾਣਨ ਦੀ ਕੋਸ਼ਿਸ਼ ਕਰੀਏ ਕਿ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੀ ਸੋਚ ਕੀ ਹੈ ਤੇ ਉਸ ਸੋਚ ਤੋਂ ਕਿਹਨੂੰ ਤਕਲੀਫ ਹੈ ਤੇ ਉਹ ਤਕਲੀਫ ਦੀ ਉਹਨਾਂ ਨੇ ਕੀ ਸਜ਼ਾ ਭੁਗਤੀ ਹੈ ਤੇ ਭੁਗਤ ਰਹੇ ਨੇ, ਅਜੇ ਹੋਰ ਪਤਾ ਨਹੀਂ ਕੀ ਭੁਗਤਣੀ ਹੈ। ਸੋ ਇਹ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਕਈ ਵਾਰ ਸਾਨੂੰ ਕੁਝ ਗੱਲਾਂ ਅਜਿਹੇ ਚੱਕਰਾਂ 'ਚ ਪਾ ਦਿੰਦੀਆਂ ਕਿ ਕਹਿਣ ਵਾਲੇ ਦੀ ਗੱਲ ਸਾਨੂੰ ਬਿਲਕੁਲ ਸੱਚੀ ਲੱਗਣ ਲੱਗ ਜਾਂਦੀ ਆ ਵੀ ਹਾਂ ਯਾਰ ਗੱਲ ਤਾਂ ਸੱਚੀ ਕਰਦਾ। ਹੁਣ ਇੱਕ ਗੱਲ ਚੱਲ ਰਹੀ ਹੈ ਕਿ ਹੋਸ਼ 'ਚ ਰਹਿਣਾ ਚਾਹੀਦਾ, ਜੋਸ਼ 'ਚ ਕੀਤਾ ਕੋਈ ਵੀ ਚੁੱਕਿਆ ਕਦਮ ਗਲਤ ਹੋ। ਹੁਣ ਇਸ ਗੱਲ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਕਿ ਗੱਲ ਤਾਂ ਠੀਕ ਹੈ, ਇਹ ਤਾਂ ਇੱਕ ਫਾਰਮੂਲਾ ਜਿਹੜਾ ਜਿੱਥੇ ਮਰਜ਼ੀ ਵਰਤਾ ਦਿੰਦੇ ਆ। ਹੁਣ ਆਪਾਂ ਪਿਛਲੇ ਸਮੇਂ ਦੀ ਰੌਸ਼ਨੀ 'ਚ 2 ਮਹੀਨਿਆਂ ਦੇ ਪੀੜ ਦੇ ਵਿੱਚ ਹੀ ਦੇਖੀਏ ਭਲਾ ਹੋਸ਼ ਤੇ ਜੋਸ਼ ਦਾ ਕਿੱਥੇ ਟਕਰਾਇਆ ਜਾਂ ਕਿਹਦੇ ਵਿੱਚੋਂ ਜੋਸ਼ ਸੱਚਾ ਸਾਬਤ ਹੋਇਆ ਜਾਂ ਹੋਸ਼ ਸਾਬਤ ਹੋਈ। 26 ਨਵੰਬਰ ਦੀ ਸੱਦਾ ਸੀ ਕਿਸਾਨ ਯੂਨੀਅਨਾਂ ਦਾ, ਦਿੱਲੀ ਚੱਲੋ, ਪਰ ਉਹ ਸੱਦੇ ਦੇ ਨਾਲ ਉਹ ਬਾਰ-ਬਾਰ ਇਹ ਕਹਿੰਦੇ ਸੀ ਕਿ ਅਸੀਂ ਤੁਰਨਾ ਪਰ ਜਿੱਥੇ ਪੁਲਿਸ ਰੋਕੂ ਅਸੀਂ ਉੱਥੇ ਹੀ ਬਹਿ ਜਾਣਾ, ਅਸੀਂ ਟਕਰਾ ਨਹੀਂ ਲੈਣਾ। ਇਹ ਸੀ ਉਹਨਾਂ ਦੀ ਹੋਸ਼ ਕਿ ਅਸੀਂ ਨਹੀਂ ਅੱਗੇ ਜਾਣਾ। ਉਹਨਾਂ ਨੇ ਟੈਂਟਾਂ ਦੇ ਪੱਕੇ ਮਹੀਨੇ ਦੇ ਕਿਰਾਏ ਦਿੱਤੇ ਹੋਏ ਸੀ ਵੀ ਸਰਹੱਦਾਂ ਤੇ ਕੋਈ ਖਨੌਰੀ, ਕੋਈ ਡੱਬ ਵਾਲੀ, ਕੋਈ ਸ਼ੰਭੂ। ਉਹਨਾਂ ਟੈਂਟਾਂ ਦੇ ਵਿੱਚ ਬੈਠੇ ਰਹਾਂਗੇ, ਆਪਦੀ ਗੱਲ ਕਰਦੇ ਰਹਾਂਗੇ, ਲੋਕਾਂ ਨੂੰ ਭਾਸ਼ਣ ਦਿੰਦੇ ਰਹਾਂਗੇ, ਖਬਰਾਂ ਲੱਗਦੀਆਂ ਰਹਿਣਗੀਆਂ, ਟੈਲੀਵਿਜ਼ਨ ਚੱਲਦੇ ਰਹਿਣਗੇ। ਪਰ ਅਚਾਨਕ ਕੀ ਹੋਇਆ, ਇੱਕਦਮ ਪਹਿਲਾਂ 25 ਜਨਵਰੀ ਨੂੰ ਇੱਕ ਘਟਨਾ ਵਾਪਰ ਗਈ ਹਰਿਆਣੇ ਦੇ ਵਿੱਚ। ਨਵਦੀਪ ਸਿੰਘ, ਤੁਸੀਂ ਦੇਖਿਆ ਹੋਣਾ ਕਿ ਉਹਨੇ ਕਿਵੇਂ ਪਾਣੀ ਵਾਲੇ ਟੈਂਕਰ ਤੇ ਚੜ੍ਹ ਕੇ ਜਿਹੜੀ ਤੋਪ ਗਨ ਹੈ ਉਹ ਬੰਦ ਕੀਤੀ, ਫਿਰ ਛਾਲ ਮਾਰ ਕੇ ਆਪਦੀ ਟਰਾਲੀ 'ਚ ਆਇਆ। ਉਸਨੇ ਪਤਾ ਨਹੀਂ ਕੀ ਕੀਤਾ ਕਿ ਇੱਥੇ ਬੈਠੇ ਨੌਜਵਾਨਾਂ ਦਾ ਖੂਨ ਉਬਾਲੇ ਖਾ ਗਿਆ ਕਿ ਨਾਕੇ ਤੋੜੇ ਜਾ ਸਕਦੇ ਹੈ। ਇਹ ਨਹੀਂ ਕਿ ਪੁਲਿਸ ਨੇ ਕਹਿਤਾ ਇੱਥੇ ਬਹਿ ਜਾਓ, ਇਸ ਤਰ੍ਹਾਂ ਸੰਘਰਸ਼ ਲੜੇ ਨਹੀਂ ਜਾਂਦੇ ਹੁੰਦੇ, ਇਸ ਤਰ੍ਹਾਂ ਕੁਛ ਵੀ ਨਹੀਂ ਹੋ ਸਕਦਾ। ਜੇ ਪੁਲਿਸ ਤੋਂ ਸਰਟੀਫਿਕੇਟ ਲੈ ਚੱਲਣਾ ਹੈ ਫੇਰ ਤਾਂ ਤੁਸੀਂ ਇੱਕ ਕਦਮ ਵੀ ਨਹੀਂ ਤੁਰ ਸਕਦੇ। ਸੰਘਰਸ਼ ਹੋਊ, ਕੁਰਬਾਨੀਆਂ ਹੋਣਗੀਆਂ। ਜਿਹੜੇ ਬੰਦੇ ਤੁਹਾਨੂੰ ਕੁਰਬਾਨੀਆਂ ਤੋਂ ਮੋੜ ਦੇਣ ਤੇ ਕੁਰਬਾਨੀ ਨੂੰ ਨੁਕਸਾਨ ਕਹਿੰਦੇ ਨੇ, ਉਹਨਾਂ ਤੋਂ ਸੁਚੇਤ ਰਹਿਣਾ ਪਊ। ਇਸ ਹਿਸਾਬ ਨਾਲ ਤੁਸੀਂ ਸਾਰੇ ਇਤਿਹਾਸ ਤੇ ਫੱਟੀ ਪੋਚ ਦਿਓਗੇ ਆਪਦੇ ਤੇ। ਜਿਵੇਂ ਇੱਥੇ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਗੱਲ ਕਰਕੇ ਗਏ ਨੇ ਕਿ ਪਹਿਲਾਂ ਘੱਲੂਘਾਰਾ ਅਗਲਾ ਕਹਿੰਦਾ ਨਹੀਂ ਹੋਣਾ ਸੀ ਯਾਰ, ਨਵਾਹੂ ਸਿੰਘ ਨੇ ਜੋਸ਼ 'ਚ ਆ ਕੇ ਜਸਪਤ ਰਾਏ ਦਾ ਸਿਰ ਵੱਢ ਲਿਆ, ਬਹੁਤ ਮਾੜੀ ਗੱਲ ਕੀਤੀ, ਸਾਰੇ ਸੰਘਰਸ਼ ਨੂੰ ਢਾਹ ਲਾਤੀ, 15,000 ਸਿੰਘ ਕਤਲ ਕਰਵਾਤਾ। ਪਰ ਕਿਸੇ ਇੱਕ ਵੀ ਲਿਖਾਰੀ ਨੇ, ਸਾਡੇ ਅੱਜ ਤੱਕ ਇਤਿਹਾਸਕਾਰ ਨੇ, ਸਾਡੇ ਪ੍ਰਚਾਰਕਾਂ ਨੇ ਉਸ ਨਵਾਹੂ ਸਿੰਘ ਨੂੰ ਦੋਸ਼ ਦਿੱਤਾ ਹੈ ਉਸ ਗੱਲ ਦਾ?
क्यों? क्योंकि वो होश च लिखा होया इतिहास है, जिहड़ी असली होश है। ये ਜਿਹੜੇ ਸਾਨੂੰ ਹੋਸ਼ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਇੱਕ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਹੋਸ਼ ਕਿੱਥੇ ਹੈ ਭਲਾ। ਹੋਸ਼ ਇੱਕੋ ਹੀ ਜਗ੍ਹਾ ਹੈ, ਉਹ ਨਾਨਕ ਦੇ ਦਰ ਤੇ ਹੈ ਬਸ। ਬਾਕੀ ਸਾਰੀ ਜਿਹੜੀ ਹੋਸ਼ ਹੈ ਉਹ ਕੂੜ ਹੈ, ਉਹ ਭਰਮ ਹੈ ਕਿ ਸਾਡੇ ਕੋਲੇ ਹੋਸ਼ ਹੈ, ਉੱਥੇ ਗਲਤ ਫੈਸਲੇ ਹੋਣਗੇ। ਸੋ ਜੋਸ਼ ਸੀ ਜਿਹਨੇ 26 ਨਵੰਬਰ ਨੂੰ ਸਾਰੇ ਨਾਕੇ ਤੇ ਰੋਕਾਂ ਭੰਨ ਭੰਨ ਕੇ ਉਹ ਦਿੱਲੀ ਦੀਆਂ ਬਰੂਹਾਂ ਤੇ ਜਾ ਪਹੁੰਚੇ। ਇਹਨਾਂ ਨੇ ਅੱਜ ਤੱਕ ਜਿਹੜੇ ਹੋਸ਼ ਵਾਲੇ ਸੀ ਇੱਥੇ ਬੈਠੇ ਰਹਿਣਾ ਸੀ। ਸਤਿ ਸ੍ਰੀ ਅਕਾਲ। ਫਿਰ ਜਿਨ੍ਹਾਂ ਨੇ ਹੋਸ਼ ਦਾ ਝੰਡਾ ਚੁੱਕਿਆ ਉੱਥੇ ਜਾ ਕੇ ਸਿੰਘੂ ਬਾਰਡਰ ਤੇ ਅਪੀਲਾਂ ਕਰਦੇ ਰਹੇ ਕਿ ਆਪਾਂ ਇੱਥੇ ਨਾ ਬੈਠੀਏ, ਆਪਾਂ ਨਿਰੰਕਾਰੀ ਗਰਾਊਂਡ 'ਚ ਜਾਈਏ। ਉਧਰ ਅਮਿਤ ਸ਼ਾਹ ਕਹਿ ਰਿਹਾ ਕਿ ਤੁਸੀਂ ਨਿਰੰਕਾਰੀ ਗਰਾਊਂਡ 'ਚ ਆ ਜਾਓ। ਉਹੀ ਗੱਲ ਤੁਹਾਡਾ ਦੁਸ਼ਮਣ ਕਹਿ ਰਿਹਾ ਵੀ ਤੁਸੀਂ ਉੱਥੇ ਆ ਜਾਓ, ਉਹੀ ਸਾਡੇ ਲੀਡਰ ਕਹਿ ਰਹੇ ਨੇ। ਪਰ ਜਿਹੜੇ ਜੋਸ਼ ਵਾਲੇ ਸੀ ਉਹਨਾਂ ਨੇ ਕਿਹਾ ਨਹੀਂ। ਉਹਨਾਂ ਨੇ ਕੋਈ ਦੂਰ ਦੀ ਸੋਚ ਲਈ, ਕੁਝ ਦੇਖ ਲਿਆ ਕਿ ਉੱਥੇ ਤਾਂ ਸਾਨੂੰ ਇਹ ਇੱਕ ਜੇਲ੍ਹ ਦੇ ਵਿੱਚ ਕੈਦ ਕਰ ਲੈਣਗੇ। ਉਹਨਾਂ ਨੇ ਕਿਹਾ ਇੱਥੇ ਹੀ ਡਟਾਂਗੇ। ਅਖੀਰ ਨੂੰ ਉਹ ਹੋਸ਼ ਵਾਲਿਆਂ ਨੂੰ ਵੀ ਉੱਥੇ ਆਉਣਾ ਪਿਆ। ਚਲੋ ਉੱਥੇ ਸਟੇਜ ਲੱਗ ਗਿਆ, ਉਹ ਸਟੇਜ ਤੋਂ ਅੱਗੇ ਪ੍ਰੋਗਰਾਮ ਚੱਲਿਆ। ਸੋ ਆਪਾਂ ਹੁਣ ਇਹ ਦੇਖੀਏ ਕਿ ਇਹ ਜੋਸ਼ 'ਚ ਆਏ ਗਲਤ ਫੈਸਲੇ ਸੀ ਜਾਂ ਸਹੀ ਫੈਸਲੇ ਸੀ। ਸੋ ਡਰਨਾ ਦੁਸ਼ਮਣ ਤੋਂ, ਤੇ ਹਰ ਮੌਕੇ ਕਈ ਵਾਰ ਜਿਹੜੀ ਕਮਜ਼ੋਰੀ ਹੈ ਤੇ ਬੁਝਦਿਲੀ ਹੈ ਉਹਨੂੰ ਬੰਦਾ ਹੋਸ਼ ਕਹਿ ਦਿੰਦਾ। ਇਤਿਹਾਸ ਦੇ ਅਨੇਕਾਂ ਸਾਡੇ ਬਿਰਤਾਂਤ ਪਏ ਨੇ ਜਿੱਥੇ ਜਿਹੜੀ ਅਜਿਹੀ ਝੂਠੀ ਹੋਸ਼ ਹੈ ਉਹਨੇ ਹਮੇਸ਼ਾ ਹੀ ਸੰਘਰਸ਼ ਦਾ ਨੁਕਸਾਨ ਕਰਵਾਇਆ ਹੈ। ਜੋਸ਼ ਕੋਈ ਮਾੜੀ ਚੀਜ਼ ਨਹੀਂ, ਹੋਸ਼ ਉਹ ਅਸਲੀ ਹੋਸ਼ ਹੈ ਜਿਹੜੀ ਜੋਸ਼ ਨਾਲ ਪ੍ਰਚੰਡ ਹੋਈ ਹੈ, ਨਹੀਂ ਉਹ ਬੁਝਦਿਲੀ ਹੈ। ਸੋ ਇਸ ਕਰਕੇ ਸਾਨੂੰ ਇਸ ਗੱਲ ਤੇ ਬਿਲਕੁਲ ਨਹੀਂ ਕਹਿਣਾ ਚਾਹੀਦਾ ਕਿ ਸਾਥੋਂ ਜੋਸ਼ 'ਚ ਆ ਕੇ ਕੋਈ ਗਲਤ ਫੈਸਲਾ ਹੋ ਗਿਆ। ਹੁਣ 26 ਜਨਵਰੀ ਦੀ ਆਪਾਂ ਗੱਲ ਕਰੀਏ, ਉੱਥੇ ਫੇਰ ਕਿਹਾ ਜਾਂਦਾ ਹੈ ਕਿ ਬੰਦਿਆਂ ਨੇ ਜੋਸ਼ 'ਚ ਆ ਕੇ ਸਾਰੇ ਸੰਘਰਸ਼ ਦਾ ਭੱਠਾ ਬਿਠਾਤਾ, ਸਿਖਰ ਤੇ ਪਹੁੰਚਿਆ ਸੰਘਰਸ਼, ਹੇਠਾਂ ਸੁੱਟਤਾ। ਹੁਣ ਉਹ ਜੋਸ਼ ਕਿਹਨੇ ਦਬਾਇਆ? ਉਹ ਲੱਖੇ ਸਿਧਾਣੇ ਨੇ ਨਹੀਂ ਦਬਾਇਆ, ਉਹ ਦੀਪ ਸਿੱਧੂ ਨੇ ਨਹੀਂ ਦਵਾਇਆ। ਲੱਖੇ ਸਿਧਾਣੇ ਤੇ ਦੀਪ ਸਿੱਧੂ ਨੇ ਕਿਤੇ ਨਹੀਂ ਕਿਹਾ ਕਿ ਸਾਡੇ ਟਰੈਕਟਰ ਮੋਦੀ ਦੀ ਹਿੱਕ ਤੇ ਚੜ੍ਹਨਗੇ। ਇਹ ਕਿਹਾ ਸੀ ਕਿ ਅਸੀਂ ਦਿੱਲੀ ਜਾਣਾ ਹੈ, ਇਹ ਸਾਡਾ ਹੱਕ ਹੈ, ਤੇ ਜੇ ਰੋਕਾਂ ਹੋਣਗੀਆਂ ਤਾਂ ਅਸੀਂ ਰੋਕਾਂ ਭੰਨਾਂਗੇ, ਪਹਿਲਾਂ ਵੀ ਭੰਨਦੇ ਆਏ ਆ। ਪਰ ਇਸ ਤਰ੍ਹਾਂ ਭੜਕਾਉਣ ਵਾਲੀ ਗੱਲ ਵੀ ਤੁਸੀਂ ਲੋਕਾਂ ਦੇ ਜਜ਼ਬਾਤ ਭੜਕਾਓ, ਇਹ ਕਿਹਨੇ ਕੀਤੀਆਂ ਇਹ ਗੱਲਾਂ? ਜਿਹੜੇ ਮੁੜ ਕੇ ਹੋਸ਼ ਦੀਆਂ ਗੱਲਾਂ ਕਰ ਰਹੇ। ਸੋ ਉਹ ਜਿਹੜੇ ਜੋਸ਼ ਵਾਲੇ ਸੀ, ਜਿਨ੍ਹਾਂ ਦੀ ਹੋਸ਼ ਜੋਸ਼ ਨੇ ਪ੍ਰਚੰਡ ਕੀਤੀ ਸੀ, ਉਹ ਤਾਂ ਆਪਦੀ ਗੱਲ ਤੇ ਖੜ ਗਏ ਕਿ ਸਾਨੂੰ ਡਰ ਕੋਈ ਨਹੀਂ, ਇਹ ਤਾਂ ਹੋਊਗਾ ਹੀ ਇੱਥੇ। ਜਿਹੜੇ ਹੋਸ਼ ਵਾਲੇ ਸੀ ਉਹਨਾਂ ਨੇ ਸਰਕਾਰ ਨਾਲ ਮੀਟਿੰਗ ਕੀਤੀ, ਸਰਕਾਰ ਨੇ ਸੱਦ ਲਏ ਕਿ ਜਿੱਡਾ ਵੱਡਾ ਤੁਸੀਂ ਇਕੱਠ ਕਰ ਲਿਆ, ਇਹ ਨਹੀਂ ਅਸੀਂ ਦਿੱਲੀ 'ਚ ਵੜਨ ਦੇਣਾ। ਇਸ ਕਰਕੇ ਥੋੜ੍ਹੇ ਜਿਹੇ ਟਰੈਕਟਰ, ਇੱਕ ਗਿਣਤੀ ਦੱਸਤੀ ਵੀ ਇੰਨੇ ਕੁ ਟਰੈਕਟਰ ਤੁਸੀਂ ਆਹ 3 ਰੂਟ ਦੇ ਤੇ ਉੱਥੇ ਗੇੜੇ ਕੱਢ ਲਿਓ। ਉਹ ਰੂਟ ਕਿਹੜੇ ਸੀ? ਉਹ ਦਿੱਲੀ ਦੀਆਂ ਨਿਆਈਆਂ 'ਚ ਗੇੜੇ ਕੱਢਣੇ ਸੀ, ਜਿੱਥੇ ਕੁਝ ਵੀ ਨਹੀਂ ਸੀ ਗੱਲ। ਉਹ ਪ੍ਰਵਾਨ ਕਰਿਆ। ਇਹ ਦੇਖੋ ਏਡੀ ਵੱਡੀ ਗੱਲ। ਉਹ ਮੰਨਿਆ ਇਹ ਕਿ ਸਾਨੂੰ ਉੱਥੇ ਜੇ ਕਿਤੇ ਇਹ ਦਿਲ ਦਿਖਾਉਂਦੇ, ਗੁਰਦਾ ਦਿਖਾਉਂਦੇ ਨਾ ਕਿ ਅਸੀਂ ਨਹੀਂ ਹੁਣ ਮੰਨਣਾ, ਸਾਡੇ ਲੋਕ ਸਾਨੂੰ ਵੀ ਪ੍ਰਵਾਨ ਨਹੀਂ ਕਰਨਗੇ, ਸਾਡਾ ਕੁਛ ਹੋ ਜਾਏ ਤੁਸੀਂ ਜ਼ੋਰ ਲਾ ਲਓ, ਸਾਨੂੰ ਗ੍ਰਿਫਤਾਰ ਕਰ ਲਓ, ਅਸੀਂ ਮੂਹਰੇ ਹੋਵਾਂਗੇ ਤੇ ਸਾਡੇ ਨੌਜਵਾਨ ਪਿੱਛੇ ਆਉਣਗੇ, ਵੱਧ ਤੋਂ ਵੱਧ ਫੜ ਕੇ ਅੰਦਰ ਲੈ ਜਾਂਦੇ, ਹੋਰ ਏਡੀ ਕਿਹੜੀ ਗੋਲੀ ਮਾਰ ਦੇਣੀ ਸੀ। ਅਕਾਲ। ਸੋ ਉਹ ਰੂਟ ਪ੍ਰਵਾਨ ਕਰ ਲਿਆ, ਅੰਦਰ ਬਹਿ ਕੇ ਮੀਟਿੰਗਾਂ ਕਰਕੇ। ਦੀਪ ਸਿੱਧੂ ਬਾਰ-ਬਾਰ ਇਹ ਕਹਿੰਦਾ ਸੀ ਵੀ ਓਲੇ 'ਚ ਫੈਸਲੇ ਨਾ ਕਰੋ, ਓਲੇ 'ਚ ਹੋਏ ਫੈਸਲੇ ਹਮੇਸ਼ਾ ਹੀ ਕਿਤੇ ਨਾ ਕਿਤੇ ਦਗਾ ਦਿੰਦੇ ਆ ਕੌਮ ਨੂੰ। ਅੱਗੇ ਬਹੁਤ ਕੁਝ ਕੌਮ ਨੇ ਭੋਗ ਲਿਆ, ਲੋਕਾਂ ਦੇ ਵਿੱਚ ਸਾਹਮਣੇ ਆਉਣ ਗੱਲਾਂ, ਪਾਰਦਰਸ਼ਤਾ ਸ਼ੀਸ਼ੇ ਵਾਂਗੂ
ਵੀ ਇਸ ਕਰਕੇ ਸਾਨੂੰ ਦੱਸੋ। ਹੁਣ ਤੁਸੀਂ ਨਾ, ਮੈਂ ਇੱਥੇ ਹੁਣ ਬਹੁਤਾ ਸਮਾਂ ਨਹੀਂ, ਤੁਸੀਂ ਉਹਨਾਂ ਦੀਆਂ 24 ਤੇ 25 ਦੇ ਪ੍ਰੈਸ ਕਾਨਫਰੰਸਾਂ ਦੁਬਾਰਾ ਕੱਢ ਕੇ ਸੁਣੋ YouTube ਤੋਂ। ਕਿਤੇ ਇੱਕ ਫੇਰ ਓਲਾ ਰੱਖ ਰਹੇ ਨੇ ਕਿ ਸਰਕਾਰ ਨੇ ਸਾਨੂੰ ਰੂਟ ਦਿੱਤਾ, ਅਸੀਂ ਉਹ ਤੇ ਜਾਵਾਂਗੇ, ਪਰ ਉਹ ਦਿੱਲੀ ਵਿੱਚ ਹੀ ਆ, ਅਸੀਂ ਦਿੱਲੀ ਜਾਵਾਂਗੇ, ਅਸੀਂ ਦਿੱਲੀ ਤੋਂ ਨਹੀਂ ਭੱਜਦੇ। ਹੁਣ ਇਹ ਨਹੀਂ ਸੀ ਕਹਿੰਦੇ ਦਿੱਲੀ ਦੀਆਂ ਨਿਆਈਆਂ 'ਚ ਆਏ ਹੋ, ਪਿੰਡਾਂ 'ਚ ਗੇੜੇ ਦੇਣੇ ਆ। ਸੋ ਇਹ ਜਿਹੜੀ ਹੋਸ਼ ਹੈ, ਇਹ ਕਮਜ਼ੋਰੀ 'ਚੋਂ ਨਿਕਲੀ ਹੋਸ਼ ਸੀ, ਜਿਹਨੂੰ ਅੱਜ ਉਹ ਠੀਕ ਕਹਿ ਰਹੇ। ਸੋ ਜੋਸ਼ ਉੱਥੇ ਗਿਆ ਜਿੱਥੇ ਉਹਨੇ ਚੁਣਨਾ ਸੀ। ਜੋਸ਼ ਕਬ ਦਾ ਰਾਹ ਆਪ ਲੱਭਦਾ ਹੁੰਦਾ, ਕਦੇ ਵੀ ਉਹ ਗਲਤ ਨਹੀਂ ਹੁੰਦਾ। ਬਾਕੀ ਮੈਂ ਇਤਿਹਾਸ 'ਚੋਂ 2-3 ਦ੍ਰਿਸ਼ਟਾਂਤ ਤੁਹਾਨੂੰ ਦਿਉਂ ਵੀ ਜੋਸ਼ ਤੇ ਹੋਸ਼ ਦਾ ਕੀ ਰਿਸ਼ਤਾ ਬਣਦਾ ਹੈ। ਸੋ ਇਸ ਕਰਕੇ ਜੇ ਇਹ ਕਿਤੇ ਉਹਦੇ ਨਾ ਮੰਨਦੇ, ਸਰਕਾਰ ਮੂਰੇ ਅੜ ਜਾਂਦੇ, ਤਾਕਤ ਇੰਨੀ ਜੁੜੀ ਸੀ, ਲੱਖਾਂ ਲੋਕ ਪਹੁੰਚ ਚੁੱਕੇ ਸੀ। ਇਦੋਂ ਵੱਧ ਤਾਕਤ ਸਾਡੀ ਕਦੋਂ ਜੁੜੂਗੀ? ਉਸ ਤਾਕਤ ਦੇ ਜ਼ੋਰ ਤੇ ਤਾਂ ਜੋ ਮਰਜ਼ੀ ਮਨਵਾ ਲੈਂਦੇ, ਵੀ ਸਾਨੂੰ ਫੜ ਲਓ, ਕੁਛ ਕਰ ਲਓ, ਅਸੀਂ ਤਾਂ ਉਸ ਅੰਦਰ ਜਾਣਾ ਹੈ, ਰਿੰਗ ਰੋਡ ਤੇ ਜਾਣਾ ਹੈ। ਜੇ ਇਹ ਅਗਵਾਈ ਕਰਦੇ ਤਾਂ ਅਜਿਹੀ ਕੋਈ ਗੱਲ ਨਹੀਂ ਹੋਣੀ ਸੀ। ਸਭ ਕੁਝ ਇੱਕ ਬਕਾਇਦਾ ਜ਼ਾਬਤੇ 'ਚ ਰਹਿਣਾ ਸੀ। ਉੱਥੇ ਧਰਨਾ ਲਾ ਲੈਂਦੇ, ਉੱਥੇ ਬਹਿ ਜਾਂਦੇ, ਕੁਛ ਵੀ ਕਰਦੇ। ਹੁਣ ਜਦੋਂ ਲੀਡਰ ਤਾਂ ਪਾਸੇ ਹੋ ਗਏ, ਨੌਜਵਾਨ ਆਏ, ਉਹ ਜਿਵੇਂ ਆਪਣਾ ਇੱਥੋਂ ਸ਼ੰਭੂ ਤੋਂ ਗਏ ਸੀਗੇ ਜਾਂ ਬਾਕੀ ਖਨੌਰੀ ਤੋਂ ਗਏ ਸੀ, ਰੋਕਾਂ ਭੰਨਦੇ, ਉਹ ਤਾਂ ਪਹੁੰਚ ਗਏ। ਸੋ ਇਹ ਕੋਈ ਗੁਨਾਹ ਨਹੀਂ ਸੀ ਹੋ ਗਿਆ, ਗੁਨਾਹ ਇਹਨਾਂ ਨੇ ਕੀਤਾ। ਤੇ ਇਹ ਆਪਾਂ ਨੂੰ ਮੰਨਣ ਦੇ ਵਿੱਚ ਸਾਨੂੰ ਵਿਆਖਿਆ ਦੇਣ, ਉਹ ਰੂਟ ਕਿਉਂ ਮੰਨਿਆ ਤੇ ਲੋਕਾਂ ਤੋਂ ਚੋਰੀ ਕਿਉਂ ਰੱਖੀ, ਇਹ ਪ੍ਰਭਾਵ ਕਿਉਂ ਦਿੱਤਾ ਕਿ ਕੋਈ ਵੱਡਾ ਫਰਕ ਨਹੀਂ ਪੈਂਦਾ, ਦਿੱਲੀ ਵਿੱਚ ਹੀ ਹੈ, ਦਿੱਲੀ ਵਿੱਚ ਹੀ ਹੈ। ਸੋ ਇਹ ਗੱਲਾਂ ਤੇ ਆਪਾਂ ਕਹੀਏ ਨਾ, ਹੁਣ ਮਿੱਟੀ ਪਾਓ, ਜੋ ਹੋ ਗਿਆ ਹੋ ਗਿਆ। ਤੁਸੀਂ ਇੱਕ ਬੰਦਿਆਂ ਨੂੰ ਗਦਾਰ ਕਹਿਤਾ, ਐਡਾ ਵੱਡਾ ਉਤੇ ਦਾਗ ਲਾਤਾ ਇਤਿਹਾਸ ਦੇ ਵਿੱਚ, ਇੰਨੀ ਬੇਇੱਜ਼ਤੀ ਕੀਤੀ, ਤੇ ਹੁਣ ਕਹੋ ਤੇ ਮਿੱਟੀ ਪਾਓ। ਮਿੱਟੀ ਪਾ ਕੇ ਨਹੀਂ ਅੱਗੇ ਤੁਰਿਆ ਜਾਂਦਾ ਹੁੰਦਾ, ਗਲਤੀਆਂ ਮੰਨ ਕੇ ਅੱਗੇ ਤੁਰਿਆ ਜਾਂਦਾ। ਜੇ ਦਲੇਰੋਂ, ਜੇ ਜੇਰਾ ਹੈ, ਇੱਕ ਆਗੂਆਂ ਵਾਲਾ ਗੁਣ ਹੈ, ਤਾਂ ਜੋ ਗਲਤੀ ਹੋਈ ਹੈ ਲੋਕਾਂ ਦੇ ਵਿੱਚ ਆ ਕੇ ਮੰਨੋ। ਬਾਕੀ ਜਿਹੜੇ ਦਮਗਜੇ ਮਾਰਨੇ, ਮੈਂ ਡਰਦਾ ਨਹੀਂ ਕਿਸੇ ਤੋਂ, ਇਹ ਦਮਗਜੇ ਮਾਰਨ ਦਲੇਰਾਂ ਨੂੰ ਕਦੇ ਇਹ ਗੱਲ ਕਹਿਣ ਦੀ ਲੋੜ ਨਹੀਂ ਪੈਂਦੀ, ਮੈਂ ਡਰਦਾ ਨਹੀਂ ਕਿਸੇ ਤੋਂ। ਇਹ ਕੈਰ ਕਹਿੰਦੇ ਹੁੰਦੇ, ਮੈਂ ਡਰਦਾ ਨਹੀਂ ਕਿਸੇ ਤੋਂ। ਜੇ ਡਰਦੇ ਨਹੀਂ, ਜਦੋਂ 25 ਦੀ ਰਾਤ ਨੂੰ ਉੱਥੇ ਲੱਖਾਂ ਨੌਜਵਾਨ ਪਿੱਟ ਰਹੇ ਨੇ, ਪੁੱਛ ਰਹੇ ਨੇ ਕਿ ਤੁਸੀਂ ਕੀ ਕਰਿਆ, ਇਹ ਸਾਨੂੰ ਜਵਾਬ ਤਾਂ ਦਿਓ। ਉੱਥੇ ਕੀ ਕਰਦੇ ਨੇ? ਲੱਖੇ ਦੀਆਂ ਮਿੰਨਤਾਂ ਕਰਦੇ ਨੇ, ਯਾਰ ਤੂੰ ਜਾ ਕੇ ਟਿਕਾ ਇਹਨਾਂ ਨੂੰ, ਵੀ ਕੰਡੇ ਤੁਸੀਂ ਬੀਜ ਕੇ ਆਏ ਹੋ ਤੇ ਜਾ ਕੇ ਚੁਗੇ ਲੱਖਾ। ਤੇ ਅਜੇ ਤੱਕ ਕਹਿ ਰਹੇ ਨੇ ਕਿ ਲੱਖੇ ਨੇ ਅਸਲ 'ਚ ਆਪਣੀ ਜ਼ਿੰਮੇਵਾਰੀ ਨਹੀਂ। ਬੋਲੇ ਸੋਨਿਆਲ। ਅੱਜ ਤੱਕ ਕਹੀ ਜਾਂਦੇ ਲੱਖੇ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਤੁਸੀਂ ਜ਼ਿੰਮੇਵਾਰੀ ਕਿਹੜੀ ਨਿਭਾਈ? ਲੱਖੇ ਨੇ ਕੋਸ਼ਿਸ਼ ਕੀਤੀ, ਜਦੋਂ ਉਹਨੇ ਦੇਖ ਲਿਆ ਕਿ ਲੋਕਾਂ ਦੇ ਜਜ਼ਬਾਤਾਂ ਦਾ ਵਹਿਣ ਏਡਾ ਵੱਡਾ ਹੈ, ਇਹੀ ਇੱਕ ਲੀਡਰ ਦਾ ਗੁਣ ਹੁੰਦਾ ਹੈ। ਉਹ ਲੋਕਾਂ ਦੇ ਜਜ਼ਬਾਤਾਂ ਦੇ ਵਹਿਣ ਨਾਲੋਂ ਨਹੀਂ ਕਦੇ ਟੁੱਟਦਾ, ਜਿਹੜਾ ਟੁੱਟੂਗਾ ਉਹਨੂੰ ਇਤਿਹਾਸ ਕੂੜੇ ਕਰਕਟ ਸੁੱਟ ਦਿੰਦਾ ਹੈ। ਅੱਜ ਸਟੇਜਾਂ ਤੋਂ ਕੋਈ ਕਿਸੇ ਬਾਰੇ ਫਤਵੇ ਕੀ ਦਿੰਦਾ ਹੈ, ਇਹ ਤੁਸੀਂ ਦੇਖਿਓ 30-40 ਸਾਲਾਂ ਨੂੰ ਇਹ ਕਿਸੇ ਦੇ ਯਾਦ ਨਹੀਂ ਰਹਿਣਾ। ਯਾਦ ਕੀ ਰਹੂਗਾ? ਇੱਥੇ ਕਿਸੇ ਨੂੰ ਨਹੀਂ ਪਤਾ ਲੱਗਣਾ ਆਉਣ ਵਾਲੀਆਂ ਪੁਸ਼ਤਾਂ ਨੂੰ ਕੌਣ ਸੀ ਰਾਜੇਵਾਲ ਤੇ ਕੌਣ ਸੀ ਡੱਲੇਵਾਲ, ਕੌਣ ਸੀ ਉਗਰਾਹਾਂ। ਬੋਲੇ ਸੋਨਿਆਲ। ਇੱਕ ਨਾਂ ਯਾਦ ਰਹੂ ਸਦੀਆਂ ਤੱਕ, ਨਵਰੀਤ। ਸਤਿ ਸ੍ਰੀ ਅਕਾਲ। ਜਿੰਨੇ ਮਰਜ਼ੀ ਸਾਲ ਲੰਘ ਜਾਣ, ਜਿੰਨੇ ਮਰਜ਼ੀ ਪੁਸ਼ਤਾਂ ਲੰਘ ਜਾਣ, ਉਹ ਲੋਕਾਂ ਦੀ ਹਿੱਕ ਤੇ ਉਕਰਿਆ ਜਾ ਚੁੱਕਿਆ। ਇਤਿਹਾਸ ਕਿਤਾਬਾਂ 'ਚ ਆਉਣ ਤੋਂ ਪਹਿਲਾਂ ਲੋਕਾਂ ਦੇ ਦਿਲਾਂ ਤੇ ਲਿਖਿਆ ਜਾਂਦਾ ਹੈ। ਬੋਲੇ ਸੋਨਿਆਲ। ਕੋਈ ਨਹੀਂ ਇੱਥੇ ਤਖਤੀਆਂ ਨਾਰੇ ਮਾਰਦਾ ਆਊਗਾ ਕਿ ਉਗਰਾਹਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਇਹ ਝੂਠੇ ਮਾਣ ਹੈ, ਕੁਛ ਨਹੀਂ ਰਹਿਣੇ ਇੱਥੇ। ਇਹ ਅੱਗੇ ਬਥੇਰੇ ਆਏ ਤੇ ਬਥੇਰੇ ਲੰਘ ਜਾਣਗੇ। ਸਾਡੀਆਂ ਜਥੇਬੰਦੀਆਂ, ਅਸੀਂ ਇੰਨਾ ਕੰਮ ਕੀਤਾ ਹੈ, ਅਸੀਂ 40 ਸਾਲ ਦਾ ਸਾਡਾ ਤਜਰਬਾ ਹੈ। ਯਾਰ ਜੇ ਤੁਸੀਂ ਆਸਾਨ ਹੀ ਕਰਨ ਲੱਗ ਗਏ ਲੋਕਾਂ ਤੇ ਵੀ ਸਾਡਾ 40 ਸਾਲ ਦਾ ਤਜਰਬਾ, ਇਸ ਕਰਕੇ ਸਾਨੂੰ ਜਿੰਨੀਆਂ ਮਰਜ਼ੀ ਗਲਤੀਆਂ ਕਰ ਲੈਣ ਦਿਓ, ਵੀ ਤਜਰਬਾ ਤੁਸੀਂ ਉਹ ਫੋੜੇ ਤੇ ਲਾ ਕੇ ਰਗੜ ਕੇ ਲਾਉਣਾ, ਉਹ ਕਿਤੇ ਦਿਸੇ ਤਾਂ ਸਹੀ ਤਜਰਬਾ।
ਹੁਣ ਮੈਂ ਕਹੀ ਜਾਵਾਂ ਮੈਂ ਬਜ਼ੁਰਗ ਹੋ ਗਿਆ, ਬਜ਼ੁਰਗ ਹੋ ਗਿਆ, ਵੀ ਹੋ ਗਿਆ, ਹੁਣ ਸਾਰਿਆਂ ਨੇ ਹੋਣਾ ਬਜ਼ੁਰਗ। ਜ਼ਿੰਦਗੀ 'ਚ ਸਿੱਖਿਆ ਕੀ ਹੈ? ਜੇ ਪੱਲੇ ਇਮਾਨਦਾਰੀ ਨਹੀਂ, ਸੱਚ ਬੋਲਣ ਦੀ ਜੁਰਤ ਨਹੀਂ, ਤੁਸੀਂ 300 ਸਾਲ ਜਿਉਂ ਹੀ ਚੱਲੋ, ਕੌਣ ਪੁੱਛੂਗਾ? ਤੇ ਜਿਉਣਾ ਤਾਂ ਬਹੁਤ ਛੋਟਾ ਹੀ ਬਹੁਤ ਹੁੰਦਾ ਹੈ। ਨਵਰੀਤ ਦੀ ਕਿਹੜੀ ਉਮਰ ਸੀਗੀ? ਇੱਥੇ ਉਮਰਾਂ ਦੇ ਹਿਸਾਬ ਨਾਲ ਨਹੀਂ ਗੱਲਾਂ ਹੁੰਦੀਆਂ, ਇੱਥੇ ਤਜਰਬਿਆਂ ਦੇ ਹਿਸਾਬ ਨਾਲ ਨਹੀਂ ਗੱਲਾਂ ਹੁੰਦੀਆਂ। ਇੱਥੇ ਤਾਂ ਇਮਾਨਦਾਰੀ ਆ ਜਿਹੜੀ, ਬਿਲਕੁਲ ਵੀ ਇਮਾਨਦਾਰੀ ਹੋਵੇ। ਇਸ ਕਰਕੇ ਅੱਜ ਆਪਾਂ ਇਸ ਗੱਲ ਦੇ ਵਿੱਚ ਕੋਈ ਰੌਲਾ ਨਹੀਂ ਕਿ ਅਸੀਂ ਕੋਈ ਫੁੱਟ ਨਹੀਂ ਪਾਉਣੀ ਚਾਹੁੰਦੇ, ਅਸੀਂ ਕੋਈ ਵੱਖਰਾ ਧੜਾ ਨਹੀਂ ਬਣਾਉਣਾ ਚਾਹੁੰਦੇ, ਅਸੀਂ ਕੋਈ ਲੀਡਰਸ਼ਿਪ ਨੂੰ ਬਦਲਣਾ ਨਹੀਂ ਚਾਹੁੰਦੇ। ਇਹ ਪਿੱਟ ਪਿੱਟ ਕੇ ਮਰ ਗਏ ਦੀਪ ਸਿੱਧੂ ਵੀ ਤੇ ਲੱਖਾ ਵੀ, ਪਰ ਪਤਾ ਨਹੀਂ ਕਿਉਂ ਡਰੀ ਜਾਂਦਾ ਸਾਨੂੰ ਬਦਲ ਦੇਣਗੇ, ਸਾਨੂੰ ਬਦਲ ਦੇਣਗੇ। ਐਂ ਮੋਦੀ ਡਰੀ ਜਾਂਦਾ ਤੇ ਡਰੇ ਹੋਈ ਲੋਕਾਂ ਨੂੰ ਕੁੱਟੀ ਜਾਂਦੇ ਨੇ, ਇਹ ਲੋਕਾਂ ਨੂੰ ਗਾਲਾਂ ਕੱਢੀ ਜਾਂਦੇ ਨੇ ਆਪਦਿਆਂ ਨੂੰ ਡਰੇ ਹੋਈ। ਸੋ ਇੰਨਾ ਡਰ ਡਰ ਕੇ ਅਗਵਾਈ ਦੇਣੀ ਵੀ ਸਾਨੂੰ ਤਾਂ ਜੀ ਪੁਲਿਸ ਨੇ ਕਹਿਤਾ ਸੀ ਵੀ ਆਹ ਰੂਟ ਤੇ ਜਾਣਾ, ਇਸ ਤੋਂ ਉੱਤੇ ਚਲੇ ਗਏ, ਫਿਰ ਤਾਂ ਕੁਛ ਵੀ ਨਹੀਂ ਹੋਣਾ। ਸੋ ਅੱਜ ਫਤਵੇ ਤੁਸੀਂ ਜੋ ਮਰਜ਼ੀ ਦੇ ਲਓ, ਮੈਂ ਤੁਹਾਨੂੰ ਇਤਿਹਾਸ ਦਾ ਇੱਕੋ ਹੀ ਬਸ ਦ੍ਰਿਸ਼ਟਾਂਤ ਦੱਸਣਾ। ਹੁਣ ਬਹੁਤਾ ਸਮਾਂ ਨਹੀਂ, ਆਪਾਂ ਨੂੰ ਕਦੇ ਮੌਕਾ ਖੁੱਲ੍ਹਾ ਮਿਲਿਆ ਤਾਂ ਆਪਾਂ ਫਿਰ ਤੇ ਖੁੱਲ੍ਹੀਆਂ ਵਿਚਾਰਾਂ ਕਰਾਂਗੇ। ਦੂਜੀ ਗੱਲ ਮੇਰੀ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਅੱਜ ਜਿਸ ਤਰ੍ਹਾਂ ਦੇ ਨਾਅਰੇ ਤੇ ਜਜ਼ਬਾ ਦਿਸ ਰਿਹਾ ਕਿ ਦੀਪ ਸਿੱਧੂ ਤੇਰੀ ਸੋਚ ਤੇ, ਲੱਖੇ ਸਿਧਾਣੇ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ, ਉਹ ਸੋਚ ਕੀ ਹੈ ਆਪਾਂ ਉਹ ਨਿਤਾਰੀਏ। ਕਿਤੇ ਆਪਾਂ ਬੈਠੀਏ, ਇੱਕ ਸੰਮੇਲਨ ਹੋਵੇ, ਥੋੜ੍ਹੇ ਚੁਣਵੇਂ ਬੰਦਿਆਂ ਦਾ ਉੱਥੇ ਵਿਚਾਰ ਪ੍ਰਗਟ ਕੀਤੇ ਜਾਣ, ਮੰਥਨ ਕੀਤਾ ਜਾਵੇ, ਰੜਕਿਆ ਜਾਵੇ, ਸੱਚ ਕੱਢਿਆ ਜਾਵੇ। ਉਹ ਕਿਸੇ ਦੇ ਖਿਲਾਫ ਨਹੀਂ ਹੋਊਗਾ, ਉਹਦੇ ਵਿੱਚੋਂ ਕੋਈ ਰਾਹ ਲੱਭਿਆ ਜਾਵੇ। ਬਹੁਤ ਕੁਛ ਹੈ ਜਿੱਥੋਂ ਰਾਹ ਲੱਭਿਆ ਜਾਵੇ। ਸੋ ਇਹ ਜੋਸ਼ ਤੇ ਹੋਸ਼ ਵਾਲਾ ਚੱਕਰ ਜਿਹੜਾ ਨਾ ਬਾਰ-ਬਾਰ ਤੁਸੀਂ ਮਤਲਬ ਵੀ ਗੱਲ ਅਸਲ 'ਚ ਹੋਸ਼ ਦੀ ਹੁੰਦੀ ਹੈ, ਇਹ ਨਹੀਂ। ਸੋ ਇੱਕ ਉਦਾਹਰਨ ਮੈਂ ਦੇਣੀ ਹੈ। ਆਪਾਂ ਸਾਰਿਆਂ ਨੂੰ ਪਤਾ ਸ਼ਹੀਦ ਊਧਮ ਸਿੰਘ ਨੇ ਜਾ ਕੇ ਇੰਗਲੈਂਡ ਦੇ ਵਿੱਚ ਉਡਵਾਇਰ ਨੂੰ ਗੋਲੀ ਮਾਰੀ ਸੀ। ਜਦੋਂ ਉਹਨੇ ਗੋਲੀ ਮਾਰੀ, ਉਸ ਤੋਂ ਥੋੜ੍ਹਾ ਚਿਰ ਬਾਅਦ ਕਾਂਗਰਸ ਦਾ ਸਾਲਾਨਾ ਇਜਲਾਸ ਸੀ। ਮਦਨ ਮੋਹਨ ਮਾਲਵੀਆ ਉਹਦਾ ਪ੍ਰਧਾਨ ਸੀ। ਉਸ ਪ੍ਰਧਾਨ ਨੇ ਉਸ ਇਜਲਾਸ ਦੇ ਵਿੱਚ ਜੋ ਸਪੀਚ ਦਿੱਤੀ, ਉਹ 1975 'ਚ ਸਟੇਟਸਮੈਨ ਅਖਬਾਰ ਨੇ ਹੂ ਬਹੂ ਛਾਪੀ, ਇੱਕ ਪੂਰਾ ਸਫ਼ਾ। ਉਹ ਸਪੀਚ ਕੀ ਸੀ? ਉਹ ਸਪੀਚ ਇਹ ਸੀ ਕਿ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਇੱਕ ਹਿੰਦੁਸਤਾਨੀ ਦੀ ਕਰਤੂਤ ਨੇ ਸਾਰੀ ਕੌਮ ਦਾ ਸਿਰ ਨੀਵਾਂ ਕਰ ਦਿੱਤਾ। ਇੱਕ ਹਿੰਦੁਸਤਾਨੀ ਦੀ ਕਰਤੂਤ ਨੇ। ਤੇ ਜਦੋਂ ਉਹਨੇ ਇਹ ਸ਼ਬਦ ਵਰਤੇ ਸੀ ਤਾਂ ਸਾਰੇ ਹਾਲ 'ਚ ਤਾੜੀਆਂ ਵੱਜੀਆਂ ਸੀ। ਇਹ ਹੈ ਸ਼ਹੀਦ ਊਧਮ ਸਿੰਘ ਦਾ ਉਦੋਂ ਮੁੱਲ ਉਹਨਾਂ ਨੇ ਕੀ ਪਾਇਆ ਸੀ। ਸੋ ਉਹਨੂੰ ਫਤਵਾ ਦਿੱਤਾ ਕਿ ਇਹਨੇ ਸਾਰਾ ਸੱਤਿਆਨਾਸ਼ ਕਰਤਾ ਸਾਡੀ ਲੜਾਈ ਦਾ। ਅੱਜ ਕਿੱਥੇ ਆ ਮਦਨ ਮੋਹਨ ਮਾਲਵੀਆ? ਕਿਸੇ ਨੂੰ ਪਤਾ ਹੈ ਉਹਦਾ ਕੌਣ ਸੀ, ਜਾਂ ਉਸ ਹਾਲ 'ਚ ਕੌਣ ਕੌਣ ਹਾਜ਼ਰ ਸੀ? ਤੇ ਊਧਮ ਸਿੰਘ ਨੂੰ ਕੋਈ ਭੁੱਲ ਸਕੂਗਾ ਜਿੰਨਾ ਚਿਰ ਇੱਥੇ ਧਰਤੀ ਦੇ ਉੱਤੇ ਸੋ ਨਿਹਾਲ। ਸੋ ਇਸ ਕਰਕੇ ਇੱਕ ਤਾਂ ਤੁਸੀਂ ਘਬਰਾਓ ਨਾ ਵੀ ਸਟੇਜ ਤੋਂ ਫਤਵਾ ਕੀ ਦੇਤਾ ਉਹਨਾਂ ਨੇ, ਹੱਸੋ ਉਹ ਤੇ। ਤਾਂ ਇਹ ਬੜੇ ਮਾਣ ਟੁੱਟੇ ਆ ਲੋਕਾਂ ਦੇ, ਬੜੇ ਹੰਕਾਰ ਟੁੱਟੇ ਆ। ਸੋ ਸਾਡੀ ਜਿਹੜੀ ਹੈਗੀ ਆ ਹੋਸ਼ ਦੇ ਵਿੱਚ ਰਹਿ ਕੇ, ਜਿੰਨਾ ਚਿਰ ਜੋਸ਼ ਨਹੀਂ ਹੋਊਗਾ ਤੁਸੀਂ ਇੱਕ ਪੈਰ ਵੀ ਨਹੀਂ ਪੁੱਟ ਸਕੋਗੇ। ਜੋਸ਼ ਤੋਂ ਬਗੈਰ ਕੁਛ ਨਹੀਂ। ਇਹਨਾਂ ਦਾ ਬਣਦਾ ਤਾਂ ਇਹ ਸੀ ਵੀ ਉਹਨਾਂ ਨੂੰ ਨਾਲ ਲੈਂਦੇ, ਪਰ ਕਿਹੜੀ ਗੱਲ ਹੈ ਜਿਹੜੀ ਇਹਨਾਂ ਨੂੰ ਇਹ ਕਰ ਰਹੀ ਹੈ? ਕਿਤੇ ਨਾ ਕਿਤੇ ਤੰਗ ਨਜ਼ਰੀ ਹੈ, ਡਰ ਹੈ ਕਿਤੇ ਵੀ ਸਾਨੂੰ ਨਾ ਲਾ ਦੇਣ। ਵੀ ਕੋਈ ਗੱਦੀ ਹੈ ਇਹ ਜਿਹੜੀ ਤੁਸੀਂ ਮਤਲਬ ਵੀ ਲਾ ਦੇਣਗੇ, ਲਾ ਕੇ ਇੱਥੇ ਤੱਕ ਕੁੱਟੀ ਪੈਣੀ ਹੈ ਜਿਹੜਾ ਤੁਹਾਨੂੰ ਲਾਹੂਗਾ। ਇੱਥੇ ਕਿਹੜਾ ਕੋਈ ਇੱਥੇ ਬਾਜ਼ਾਰ ਤਾਂ ਮਿਲਣੀਆਂ ਨਾ। ਸੋ ਇਹ ਡਰਨਾ ਬੰਦ ਕਰਨ, ਥੋੜ੍ਹਾ ਦਿਲ ਖੋਲ੍ਹਣ ਅਤੇ ਬਾਹਾਂ ਖੋਲ੍ਹਣ। ਆ ਪੰਜਾਬ ਦਾ ਜਿਹੜਾ ਨੌਜਵਾਨ ਹੈ, ਇਹਨਾਂ ਨੇ ਮਹਾਰਾਜ ਵੀ ਦਿਖਾਤਾ, ਇੱਥੇ ਵੀ ਦਿਖਾਤਾ, ਜਗ੍ਹਾ ਜਗ੍ਹਾ ਪ੍ਰਗਟ ਹੋ ਰਿਹਾ ਕਿ ਉਹਨਾਂ ਦਾ ਜਜ਼ਬਾ ਕੀ ਹੈ, ਉਹਨਾਂ ਦੇ ਨਾਇਕ ਕੌਣ। ਸੋ ਇੱਕ ਗੱਲ ਇਹ ਆਉਂਦੇ ਨੇ ਬੰਦੇ ਕਈ ਕਹਿੰਦੇ ਨੇ ਯਾਰ ਅਸਲ 'ਚ ਵਿਅਕਤੀਆਂ ਦੀ ਗੱਲ ਨਹੀਂ ਹੋਣੀ ਚਾਹੀਦੀ, ਸੋਚ ਦੀ ਹੋਣੀ ਚਾਹੀਦੀ ਹੈ। ਸੋਚ ਕੋਈ ਅਸਮਾਨ 'ਚ ਹਵਾ 'ਚ ਨਹੀਂ ਫਿਰਦੀ ਹੁੰਦੀ, ਸੋਚ ਸਰੀਰਾਂ ਰਾਹੀਂ ਪ੍ਰਗਟ ਹੁੰਦੀ ਹੈ। ਤੇ ਹਰ ਇਤਿਹਾਸ ਦੇ ਮੋੜ ਤੇ ਕੁਛ ਨਾਇਕ ਲੋਕਾਂ ਦੇ ਬਣ ਕੇ ਉੱਭਰਦੇ ਨੇ। ਉਸ ਗੱਲ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ।
ਪਰ ਇੱਕੋ ਗੱਲ ਆ ਜਿਹੜੀ ਅਖੀਰ ਤੇ ਮੈਂ ਕਹਿਣਾ, ਜਿਹਦੇ ਮਰਜ਼ੀ ਮੰਗਰ ਤੁਰਨਾ ਹੋਵੇ, ਭਾਵੇਂ ਮੇਰੇ ਮੰਗਰ ਵੀ ਤੁਰਨਾ ਹੋਵੇ, ਅੱਖਾਂ ਬੰਦ ਕਰਕੇ ਨਹੀਂ, ਅੱਖਾਂ ਖੋਲ ਕੇ ਤੁਰੋ। ਸੋ ਇਸ ਕਰਕੇ ਇਹ ਸੁਣਵਾਈ ਉਹਨਾਂ ਨੂੰ ਕਰ ਦਿੰਨੇ ਆ ਅਸੀਂ ਕਿ ਅਸੀਂ ਤੁਹਾਡੇ ਪਿੱਛੇ ਚੱਲਾਂਗੇ, ਅਸੀਂ ਕਿਸੇ ਸਾਧ ਦੇ ਚੇਲੇ ਨਹੀਂ। ਤੁਸੀਂ ਸਾਡੇ ਲੀਡਰ ਹੋ, ਉਹਨਾਂ ਕੁ ਸਤਿਕਾਰ ਹੈ ਇਸ ਕਰਕੇ, ਪਰ ਅਸੀਂ ਅੱਖਾਂ ਖੋਲ ਕੇ ਚੱਲਾਂਗੇ। ਬਾਕੀ ਜਿਹੜਾ ਇਹ ਵੀ ਮੇਰਾ 40 ਸਾਲ ਦਾ ਤਜਰਬਾ ਹੈ, ਉਹ ਮੇਰੀ ਇੱਕੋ ਹੀ ਅਪੀਲ ਹੈ ਰਾਜੇਵਾਲ ਸਾਹਿਬ ਨੂੰ ਕਿ 27 ਤਰੀਕ ਨੂੰ ਜਿਹੜਾ ਉਹਨੇ ਸਿੰਘੂ ਬਾਰਡਰ ਤੇ ਸਟੇਜ ਤੋਂ ਭਾਸ਼ਣ ਦਿੱਤਾ ਹੈ, ਜੇ ਉਹ ਸੱਚੀ ਨਿਤਨੇਮ ਕਰਦਾ ਹੈ ਤਾਂ ਕਿਸੇ ਦਿਨ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਆਪਦਾ ਪੂਰਾ ਧਿਆਨ ਇਕਾਗਰ ਕਰਕੇ ਆਪਦੀ ਉਹ ਸਪੀਚ ਦੁਬਾਰਾ ਸੁਣ ਕੇ ਦੇਖੇ ਜਰਾ। ਉਹਦੇ 'ਚ ਉਹਦਾ ਤਜਰਬਾ ਬੋਲਦਾ ਹੈ ਕਿ ਕੀ ਬੋਲਦਾ ਹੈ, ਕਿੱਡੀ ਬੁਖਲਾਹਟ, ਕਿੱਡੀ ਘਬਰਾਹਟ ਤੇ ਕਿੱਡਾ। ਮੈਂ ਦੱਲਿਆਂ ਤੋਂ ਨਹੀਂ ਡਰਦਾ, ਇਹਨਾਂ ਤੋਂ, ਮੈਂ ਇਹਨਾਂ ਗੁੰਡਿਆਂ ਤੋਂ ਨਹੀਂ ਡਰਦਾ। ਮਤਲਬ ਕਿਹਨਾਂ ਵਾਸਤੇ ਸ਼ਬਦ ਵਰਤ ਰਿਹਾ? ਤੇਰਾ 40 ਸਾਲ ਦਾ ਤਜਰਬਾ, ਤੇਰੀ ਕੀ ਉਮਰ ਹੈ ਇਹ? ਮੈਂ ਦੁੱਖ ਹੁੰਦਾ ਇਹਨਾਂ ਗੱਲਾਂ ਦਾ ਸੁਣ ਕੇ। ਇਹ ਗੱਲਾਂ ਸਾਨੂੰ ਉਂਝ ਕਹਿਣੀਆਂ ਨਹੀਂ ਚਾਹੀਦੀਆਂ, ਸਟੇਜਾਂ ਤੋਂ ਦੁੱਖ ਵੀ ਹੁੰਦਾ ਹੈ, ਪਰ ਕੀਤਾ ਅਜਿਹਾ ਕੁਛ ਹੈ, ਉਹਨਾਂ ਨੇ ਕੋਈ ਛੋਟੀ ਗੱਲ ਨਹੀਂ ਕੀਤੀ। ਇਹ ਗੱਲਾਂ ਮਾਫ ਨਹੀਂ ਹੋਣੀਆਂ ਚਾਹੀਦੀਆਂ। ਇਹ ਨਹੀਂ ਕਿ ਉਹਨਾਂ ਨੂੰ ਅਸੀਂ ਲਾਹ ਦੇਣਾ, ਪਰ ਇਹ ਹੈ ਵੀ ਘੱਟੋ ਘੱਟ ਉਹ ਜੋ ਉਹਨਾਂ ਨੇ ਫਤਵੇ ਦਿੱਤੇ ਨੇ, ਜਿਵੇਂ ਸਟੇਜ ਤੋਂ ਦਿੱਤੇ ਨੇ ਉਵੇਂ ਸਟੇਜ ਤੋਂ ਵਾਪਸ ਲੈਣ। ਅਸੀਂ ਸਭ ਕੁਝ ਭੁੱਲ ਜਾਵਾਂਗੇ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।